ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਭਾਰਤ ਵਰਸ਼ ਦੀ ਭੂਮੀ ਦੇ ਅੰਦਰ ਕਈ ਐਸੇ ਅਸਥਾਨ ਵਾ ਜੋ ਗੁਪਤ ਰੂਪ ਦੇ ਵਿੱਚ ਮੌਜੂਦ ਅਜੇ ਵੀ ਪਏ ਆ। ਇਹਨਾਂ ਗੁਪਤ ਅਸਥਾਨਾਂ ਦੇ ਉੱਤੇ ਕੁਝ ਐਸੀਆਂ ਬਹੁਤ ਸਾਰੀਆਂ ਮਹਾਂਪੁਰਖਾਂ ਦੀਆਂ ਆਤਮਾਵਾਂ ਇਹਨਾਂ ਦੇ ਵਿੱਚ ਬੈਠ ਕੇ ਪਰਮਾਤਮਾ ਦੇ ਨਾਲ ਇਕਸੁਰ ਹੋ ਕੇ ਹਮੇਸ਼ਾ ਉਸ ਰਸ ਅਤੇ ਆਨੰਦ ਦੇ ਵਿੱਚ ਲੀਨ ਰਹਿੰਦੀਆਂ ਹੈ। ਸੋ ਐਸੀ ਇੱਕ ਘਟਨਾ ਨਾ ਦਾਸ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਦਾ ਹੈਗਾ, ਜਿਸ ਘਟਨਾ ਦੀ ਗਵਾਹੀ ਸਦਾ ਜਾਗਰਤ ਸੰਤ ਸ੍ਰੀ ਰਾਮ ਗੋਪਾਲ ਇਹਨਾਂ ਨੇ ਜਿਹੜੀ ਹੈ ਨਾ ਉਹ ਸਾਰੇ ਜਗਤ ਸੰਸਾਰ ਨੂੰ ਦਿੱਤੀ ਆ। ਸੋ ਇਹ ਜਿਹੜੀ ਘਟਨਾ ਸੀ ਦਸ਼ਾਸ਼ਵਮੇਧ ਘਾਟ ਦੇ ਉੱਤੇ ਹੋਈ ਆ। ਸੋ ਇਹ ਬੜੀ ਇੱਕ ਵਿਚਿੱਤਰ ਘਟਨਾ ਹੈਗੀ ਆ। ਸੋ ਇਸ ਘਟਨਾ ਦਾ ਪ੍ਰਮਾਣ ਇਹੋ ਹੀ ਆ ਕਿ ਕਿਵੇਂ ਸੰਸਾਰ ਦੇ ਭੋਲੇ ਭਾਲੇ ਲੋਕਾਂ ਨੂੰ ਜਦੋਂ ਕਰਾਹੇ ਪੈ ਜਾਣ, ਉਹਨਾਂ ਨੂੰ ਸੱਚਾ ਮਾਰਗ ਦੱਸਣ ਵਾਸਤੇ ਕੁਛ ਐਸੀਆਂ ਮਹਾਨ ਆਤਮਾਵਾਂ ਆਪਣੇ ਆਪਣੇ ਸਥਾਨਾਂ 'ਤੇ ਬੈਠ ਕੇ ਜਦ ਭਜਨ ਬੰਦਗੀ ਵਿੱਚ ਦੇਖਦੀਆਂ ਹੈਗੀਆਂ ਕਿ ਇਨਸਾਨ ਜਿਹੜਾ ਹੈਗਾ ਹੁਣ ਆਪਣੇ ਸੱਚੇ ਧਰਮ ਰਾਹ ਤੋਂ ਭਟਕ ਰਿਹਾ ਹੈਗਾ, ਅਤੇ ਉਹਨਾਂ ਨੂੰ ਸੇਧ ਦੇਣ ਵਾਸਤੇ ਇਹ ਫਿਰ ਰੂਹਾਂ ਕੁਛ ਟਾਈਮ ਵਾਸਤੇ ਸੰਸਾਰ ਦੇ ਵਿੱਚ ਕੁਛ ਜਿਹੜੇ ਗੁਰੂ ਦੇ ਪਿਆਰੇ ਹੁੰਦੇ ਆ, ਰੱਬ ਦੇ ਭਗਤ ਹੁੰਦੇ ਆ, ਉਹਨਾਂ ਦੇ ਸਾਹਮਣੇ ਪ੍ਰਗਟ ਹੋ ਜਾਂਦੀਆਂ ਅਤੇ ਉਹਨਾਂ ਨੂੰ ਸੱਚ ਦਾ ਮਾਰਗ ਦੱਸ ਕੇ ਉਪਦੇਸ਼ ਦੇ ਕੇ ਫਿਰ ਆਪਣੇ ਬ੍ਰਹਮ ਵਿੱਚ ਲੀਨ ਹੋ ਜਾਂਦੀਆਂ। ਸੋ ਇਹੋ ਜਿਹੀ ਇੱਕ ਘਟਨਾ ਜਿਹੜੀ ਆ ਸਦਾ ਜਾਗਰਤ ਸੰਤ ਸ੍ਰੀ ਰਾਮ ਗੋਪਾਲ ਮਜੂਰਦਾਰ ਉਹਨਾਂ ਨੇ ਸਾਂਝਾ ਕੀਤੀ ਸੀ। ਸੋ ਇਹ ਜਿਹੜੀ ਘਟਨਾ ਸੀ ਉਹਨਾਂ ਨੇ ਇਹ ਸਾਂਝਾ ਕੀਤੀ ਸੀ ਪਰਮਹੰਸ ਯੋਗਾਨੰਦ ਜੀ ਦੇ ਨਾਲ। ਸੋ ਇਹ ਗੱਲ ਉਦੋਂ ਦੀ ਆ ਜਦੋਂ ਪਰਮਹੰਸ ਯੋਗਾਨੰਦ ਜਿਹੜੇ ਸੀਗੇ ਸਦਾ ਜਾਗਰਤ ਸੰਤ ਸ੍ਰੀ ਰਾਮ ਗੋਪਾਲ ਜੀ ਨੂੰ ਮਿਲਣ ਵਾਸਤੇ, ਉਹਨਾਂ ਦੇ ਦਰਸ਼ਨ ਕਰਨ ਵਾਸਤੇ ਉਹਨਾਂ ਦੇ ਅਸਥਾਨ ਦੇ ਉੱਤੇ ਪਹੁੰਚੇ ਸੀਗੇ। ਸੋ ਉਹਨਾਂ ਨੇ ਦੱਸਿਆ ਸੀਗਾ ਕਿ ਉਹਨਾਂ ਦੀ ਜਿਹੜੀ ਹੈ ਨਾ ਪਹਿਲੀ ਮੁਲਾਕਾਤ ਬਾਬਾ ਜੀ ਨਾਲ, ਉਹ ਬਾਬਾ ਜੀ ਜਿਹੜੇ ਹਿਮਾਲਿਆ ਦੇ ਵਿੱਚ ਸਦਾ ਬਿਰਾਜਮਾਨ ਮਹਾਂਪੁਰਖ ਰਹਿੰਦੇ ਆ, ਉਹਨਾਂ ਦੇ ਨਾਲ ਕਿਵੇਂ ਹੋਈ ਸੀ। ਉਹ ਦੱਸਦੇ ਸੀ ਕਿ ਜਦੋਂ ਮੈਂ ਹੈ ਨਾ ਇਕਾਂਤ ਦੇ ਵਿੱਚ ਭਜਨ ਬੰਦਗੀ ਕਰਦਾ ਹੁੰਦਾ ਸੀ ਕਿਸੇ ਇਕਾਂਤ ਗੁਫਾ ਦੇ ਵਿੱਚ, ਅਤੇ ਕਿਤੇ ਕਿਤੇ ਮੈਂ ਹੈ ਨਾ ਵਾਰਾਣਸੀ ਆਉਂਦਾ ਹੁੰਦਾ ਸੀ ਉਹਨਾਂ ਟਾਈਮਾਂ ਦੇ ਵਿੱਚ। ਅਤੇ ਵਾਰਾਣਸੀ ਦੇ ਵਿੱਚ ਉਸ ਟਾਈਮ ਵੱਡੇ ਜਿਹੜੇ ਮਹਾਨ ਯੋਗੀ ਆ ਸ਼੍ਰੀ ਲਹੀੜੀ ਮਹਾਂਪੁਰਖ ਮਹਾਸ਼ੇ, ਇਹ ਜਿਹੜੇ ਸ਼੍ਰੀ ਲਹੀੜੀ ਮਹਾਂਪੁਰਖ ਮਹਾਸ਼ੇ ਸੀ ਉਹਨਾਂ ਟਾਈਮਾਂ ਦੇ ਵਿੱਚ ਵਾਰਾਣਸੀ ਦੇ ਵਿੱਚ ਰਹਿੰਦੇ ਸੀਗੇ, ਅਤੇ ਉਹਨਾਂ ਦੇ ਪਾਸ ਸੰਗਤਾਂ ਦਾ ਆਉਣਾ ਜਾਣਾ ਬੜਿਆ ਰਹਿੰਦਾ ਸੀ। ਸ਼੍ਰੀ ਲਹੀੜੀ ਮਹਾਸ਼ੇ ਬਹੁਤ ਉੱਚ ਕੋਟੀ ਦੇ ਯੋਗੀ ਹੋਏ ਆ, ਅਤੇ ਕਹਿੰਦੇ ਮੈਂ ਵੀ ਇਹਨਾਂ ਦੇ ਪ੍ਰਵਚਨ ਸੁਣਨ ਵਾਸਤੇ, ਇਹਨਾਂ ਦੇ ਦਰਸ਼ਨ ਕਰਨ ਵਾਸਤੇ ਅਕਸਰ ਹੈ ਨਾ ਰਾਤ ਨੂੰ ਆਉਂਦਾ ਹੁੰਦਾ ਸੀ। ਇੱਕ ਵਾਰ ਜਦੋਂ ਕਹਿੰਦੇ ਮੈਂ ਹੈ ਨਾ ਵਾਰਾਣਸੀ ਇਹਨਾਂ ਕੋਲ ਪਹੁੰਚਿਆ ਅਤੇ ਮੈਂ ਮੱਥਾ ਟੇਕਿਆ ਇਹਨਾਂ ਕੋਲ ਬੈਠਾ ਹੈ ਨਾ ਉੱਥੇ ਇਕਾਂਤ ਦੇ ਵਿੱਚ ਅੰਦਰ ਧਿਆਨ ਧਰ ਕੇ ਜਿਹੜਾ ਸੀ ਮਹਾਂਪੁਰਖਾਂ ਦਾ ਚਰਨਾਂ ਦਾ ਬੈਠ ਗਿਆ। ਜਦ ਬੈਠਾ ਅਤੇ ਅਚਨਚੇਤ ਕਹਿੰਦੇ ਸ਼੍ਰੀ ਲਹੀੜੀ ਮਹਾਂਪੁਰਖਾਂ ਨੇ ਮੇਰੇ ਵੱਲ ਦੇਖਿਆ ਅਤੇ ਮੈਨੂੰ ਕਹਿਣ ਲੱਗੇ, ਕਹਿੰਦੇ ਰਾਮ ਗੋਪਾਲ ਤੂੰ ਇਸ ਤਰ੍ਹਾਂ ਕਰ, ਤੁਰੰਤ ਹੈ ਨਾ ਦਸ਼ਾਸ਼ਵਮੇਧ ਘਾਟ 'ਤੇ ਚਲਾ ਜਾ। ਬਸ ਕਹਿੰਦੇ ਇੰਨਾ ਉਹਨਾਂ ਨੇ ਪ੍ਰਵਚਨ ਕੀਤਾ ਸੀਗਾ, ਉੱਥੇ ਤੂੰ ਪਹੁੰਚ। ਕਹਿੰਦੇ ਉਹਨਾਂ ਦੇ ਇਹ ਪ੍ਰਸ਼ਨ ਸੁਣ ਕੇ ਸ਼੍ਰੀ ਰਾਮ ਗੋਪਾਲ ਜੀ ਕਹਿਣ ਲੱਗੇ ਮੈਂ ਮੱਥਾ ਟੇਕਿਆ ਅਤੇ ਮੈਂ ਹੈ ਨਾ ਦਸ਼ਾਸ਼ਵ ਘਾਟ ਦੇ ਉੱਤੇ ਚਲੇ ਗਿਆ। ਰਾਤ ਦਾ ਟਾਈਮ ਸੀਗਾ, ਚੰਦ ਦੀ ਚਾਨਣੀ ਸੀ ਅਤੇ ਤਾਰਿਆਂ ਦੀ ਬੜੀ ਮੱਧਮ ਰੋਸ਼ਨੀ ਜਿਹੜੀ ਸੀ ਉਹ ਚੱਲ ਰਹੀ ਸੀਗੀ, ਅਤੇ ਇਹਦੇ ਵਿੱਚ ਰਾਤ ਬੜੀ ਉਜਲੀ ਅਤੇ ਵਧੀਆ ਦਿਖਾਈ ਦੇ ਰਹੀ ਸੀ। ਕਹਿੰਦੇ ਅਸੀਂ ਹੈ ਨਾ ਚੁੱਪ ਚਾਪ ਦਸ਼ਾਸ਼ਵਮੇਧ ਘਾਟ 'ਤੇ ਪਹੁੰਚ ਗਏ। ਉੱਥੇ ਚੁੱਪ ਚਾਪ ਹੈ ਨਾ ਇੱਕ ਜਗ੍ਹਾ ਚੌਂਕੜਾ ਲਾ ਕੇ ਬੈਠ ਗਏ। ਬੈਠੇ ਕਹਿੰਦੇ ਮੈਂ ਕੀ ਦੇਖਿਆ ਕਿ ਮੇਰੇ ਪੈਰਾਂ ਦੇ ਕੋਲ ਹੀ ਹੈ ਨਾ ਇੱਕ ਵੱਡੀ ਸਾਰੀ ਚਟਾਨ ਸੀ। ਉਸ ਚਟਾਨ ਨੇ ਹੈ ਨਾ ਮੇਰਾ ਧਿਆਨ ਆਪਣੇ ਵੱਲ ਖਿੱਚ ਲਿਆ। ਉਹ ਕਿਵੇਂ ਖਿੱਚਿਆ, ਚਟਾਨ ਹੈ ਨਾ ਕੁਛ ਚਿਰ ਬਾਅਦ ਜਿਹੜੀ ਸੀ ਉਹ ਆਪਣੇ ਆਪ ਥੋੜ੍ਹੀ ਹਿੱਲਣ ਲੱਗ ਪਈ। ਜਦ ਕਹਿੰਦੇ ਉਹ ਹਰਕਤ ਦੇ ਵਿੱਚ ਆਈ ਤਾਂ ਮੈਂ ਦੇਖਿਆ ਵੀ ਇਹ ਚਟਾਨ ਨੂੰ ਕੀ ਗੱਲ ਹੋਈ, ਚਟਾਨ ਆਪਣੇ ਆਪ ਕਾਹਤੇ ਹਿੱਲਣ ਲੱਗ ਪਈ ਆ। ਪਰ ਹੌਲੀ ਹੌਲੀ ਮੈਂ ਹੈਰਾਨ ਹੋ ਗਿਆ, ਉਹ ਕੀ ਹੋਇਆ, ਉਹ ਚਟਾਨ ਉਸੇ ਹੀ ਦਸ਼ਾਸ਼ਵਮੇਧ ਘਾਟ ਤੋਂ ਉੱਪਰ ਨੂੰ ਉੱਠਣੀ ਸ਼ੁਰੂ ਹੋ ਗਈ ਆਕਾਸ਼ ਵੱਲ ਨੂੰ। ਜਦ ਹਵਾ 'ਚ ਉੱਠਣੀ ਸ਼ੁਰੂ ਹੋ ਗਏ ਤਾਂ ਕੁਛ ਉੱਚੀ ਜਾ ਕੇ ਨਾ ਆਕਾਸ਼ ਦੇ ਵਿੱਚ ਆਪਣੇ ਆਪ ਸਥਿਰ ਹੋ ਗਈ। ਜਦ ਉਹ ਆਪਣੇ ਆਪ ਸਥਿਰ ਹੋ ਗਈ, ਬੜੀ ਹੈਰਾਨੀ ਦੀ ਘਟਨਾ। ਅਤੇ ਕਹਿੰਦੇ ਮੈਂ ਜਦ ਨਜ਼ਰ ਮਾਰੀ ਕੀ ਦੇਖਿਆ, ਉਸ ਚਟਾਨ ਦੇ ਥੱਲੇ ਹੈ ਨਾ ਇੱਕ ਜ਼ਮੀਨ ਦੋਜ ਗੁਫਾ ਹੈਗੀ ਆ। ਉਸ ਗੁਫਾ ਦੇ ਵਿੱਚੋਂ ਇੱਕ ਕੋਈ ਸੁੰਦਰ ਮਾਤਾ ਬੜੇ ਸੁਸ਼ੀਲ, ਜਿਨ੍ਹਾਂ ਨੇ ਬੜੀ ਸੁੰਦਰ ਪੁਸ਼ਾਕ ਪਹਿਨੀ ਹੋਈ ਸੀ, ਉਸ ਗੁਫਾ ਦੇ ਵਿੱਚੋਂ ਹਵਾ ਦੇ ਵਿੱਚੋਂ ਉੜਦੇ ਉੱਪਰ ਨੂੰ ਬਾਹਰ ਆਏ। ਜਦ ਬਾਹਰ ਆਏ ਤਾਂ ਉਹ ਉੱਚੀ ਜਿਹੜੇ ਸੀ ਉੜਦੇ ਨਾ ਆਕਾਸ਼ 'ਤੇ ਗਏ, ਆਕਾਸ਼ 'ਤੇ ਜਾ ਕੇ ਰੁਕ ਗਏ। ਫਿਰ ਬਹੁਤ ਹੀ ਸਹਿਜ ਅਤੇ ਧੀਰੀ ਦੇ ਨਾਲ ਹੈ ਨਾ ਹੌਲੀ ਹੌਲੀ ਕਹਿੰਦੇ ਉਹ ਜ਼ਮੀਨ ਦੇ ਉੱਤੇ ਉਤਰ ਗਏ। ਜਦ ਜ਼ਮੀਨ 'ਤੇ ਉਤਰੇ ਤਾਂ ਮੈਂ ਇਹ ਵਿਚਿੱਤਰ ਘਟਨਾ ਕਹਿੰਦੇ ਦੇਖਦਾ ਬੜਾ ਹੈਰਾਨ ਹੋ ਗਿਆ ਵੀ ਇਹ ਦੇਵੀ ਮਾਤਾ ਕੌਣ ਹੋ ਸਕਦੇ ਆ। ਜਦ ਕਹਿੰਦੇ ਮੈਂ ਜਿਹੜਾ ਸੀਗਾ ਉਹਨਾਂ ਵੱਲ ਬੜੀ ਚਰਜਾ ਦੇ ਨਾਲ ਦੇਖ ਰਿਹਾ ਸੀਗਾ,
ਤੇ ਕਹਿੰਦੇ ਥੋੜ੍ਹੇ ਚਿਰ ਬਾਅਦ ਹੈ ਨਾ ਉਹਨਾਂ ਦੇ ਸਰੀਰ ਦੇ ਵਿੱਚ ਹਿਲਜੁਲ ਹੋਈ ਤੇ ਬਹੁਤ ਹੀ ਕੋਮਲ ਭਾਵ ਦੇ ਨਾਲ ਉਹ ਮਾਤਾ ਜਿਹੜੇ ਦੇਵੀ ਸੀਗੇ ਉਸ ਗੁਫਾ ਦੇ ਵਿੱਚੋਂ ਬਾਹਰ ਨਿਕਲੇ ਸੀਗੇ। ਕਹਿੰਦੇ ਬੋਲ ਕੇ ਮੈਨੂੰ ਕਹਿਣ ਲੱਗੇ, ਕਹਿੰਦੇ ਵੀ ਮੈਂ ਮਾਤਾ ਜੀ ਹਾਂ ਤੇ ਮੈਂ ਹੈ ਨਾ ਬਾਬਾ ਜੀ ਦੀ ਭੈਣ ਵਾਂ। ਭਾਵ ਕੀ ਆ ਕਿ ਜਿਹੜੇ ਹਿਮਾਲਿਆ ਦੇ ਵਿੱਚ ਵਿਚਰਨ ਵਾਲੇ ਵੱਡੇ ਮਹਾਂਪੁਰਖ ਆ ਸਦਾ ਅਵਤਾਰ ਬਾਬਾ ਜੀ, ਉਹਨਾਂ ਦੀ ਭੈਣ ਆ। ਜਿੰਨੇ ਅਧਿਆਤਮਕ ਉਨਤੀ ਵਿੱਚ ਬਾਬਾ ਜੀ ਆ, ਤਕਰੀਬਨ ਉਨੇ ਹੀ ਉਨਤੀ ਦੇ ਵਿੱਚ ਇਹ ਭੈਣ ਜੀ ਵੀ ਜਿਹੜੇ ਹੈਗੇ ਇਸ ਗੁਫਾ ਦੇ ਵਿੱਚ ਰਹਿੰਦੇ ਆ, ਦਸ਼ਾਸ਼ਮੇਧ ਘਾਟ ਦੇ ਜ਼ਮੀਨ ਦੋਜ ਗੁਫਾ ਦੇ ਵਿੱਚ। ਫਿਰ ਕਹਿੰਦੇ ਵੀ ਮੈਂ ਉੱਠ ਕੇ ਖੜਾ ਹੋਇਆ। ਸ਼੍ਰੀ ਰਾਮ ਗੋਪਾਲ ਜੀ ਕਹਿਣ ਲੱਗੇ, ਮੈਂ ਮਾਤਾ ਜੀ ਦੇ ਹੈ ਨਾ ਚਰਨਾਂ ਦੇ ਵਿੱਚ ਹੈ ਨਾ ਪ੍ਰਣਾਮ ਕੀਤੀ ਤਾਂ ਫਿਰ ਉਹਨਾਂ ਨੇ ਮੈਨੂੰ ਇਹ ਦੱਸਿਆ ਹੈਗਾ ਕਿ ਇਸ ਜ਼ਮੀਨ ਦੋਜ ਗੁਫਾ ਦੇ ਵਿੱਚ ਨਾ ਮੈਂ ਹਮੇਸ਼ਾ ਸਮਾਧੀ ਵਿੱਚ ਸਥਿਰ ਰਹਿੰਦੀ ਹਾਂ, ਪਰ ਅੱਜ ਮੈਂ ਬਾਬਾ ਜੀ ਅਤੇ ਲਹੇੜੀ ਮਹਾਸ਼ਾ ਜੀ ਨੂੰ ਕਿਸੇ ਖਾਸ ਮਹੱਤਵਪੂਰਨ ਮਸਲੇ ਦੇ ਉੱਪਰ ਹੈ ਨਾ ਵਿਚਾਰ ਵਿਮਰਸ਼ ਕਰਨ ਵਾਸਤੇ ਇਸ ਜਗ੍ਹਾ ਬੁਲਾਇਆ ਹੈਗਾ। ਕਹਿੰਦੇ ਇਹ ਗੱਲ ਜਿਹੜੀ ਸੀ ਮੈਨੂੰ ਉਹ ਮਾਤਾ ਜੀ ਨੇ ਆਖੀ। ਉਸ ਤੋਂ ਬਾਅਦ ਕਹਿੰਦੇ ਮੈਂ ਕੀ ਦੇਖਿਆ ਕਿ ਇੱਕ ਰੋਸ਼ਨੀ ਜਿਹੜੀ ਹੈ ਨਾ ਬੱਦਲ ਵਰਗਾ ਗੋਲਾ ਸੀਗਾ, ਬਹੁਤ ਅੱਖਾਂ ਨੂੰ ਝੰਧਿਆਉਣ ਵਾਲੀ ਰੋਸ਼ਨੀ, ਉਹ ਗੰਗਾ ਨਦੀ ਦੇ ਉੱਪਰ ਦੀ ਬੜੀ ਤੇਜ਼ੀ ਦੇ ਨਾਲ ਉੜਦੀ ਕਹਿੰਦੇ ਸਾਡੇ ਵੱਲ ਆ ਰਹੀ ਸੀ। ਅਤੇ ਉਹਦਾ ਜਿਹੜਾ ਪਰਛਾਵਾਂ ਸੀਗਾ ਨਾ ਉਹ ਗੰਗਾ ਦੇ ਪਾਣੀ ਵਿੱਚ ਵੀ ਦਿਖਾਈ ਦੇ ਰਿਹਾ ਸੀ ਉਸ ਰੋਸ਼ਨੀ ਦਾ। ਉਸ ਤੋਂ ਬਾਅਦ ਕਹਿੰਦੇ ਕੀ ਹੋਇਆ, ਉਹ ਰੋਸ਼ਨੀ ਜਿਹੜੀ ਅੱਖਾਂ ਨੂੰ ਬੜੀ ਝੰਧਿਆਉਣ ਵਾਲੀ ਸੀ, ਬਹੁਤ ਤੇਜ਼ ਸੀਗੀ, ਬਿਲਕੁਲ ਜਿੱਥੇ ਮਾਤਾ ਜੀ ਖੜ੍ਹੇ ਆ ਉਹਨਾਂ ਦੇ ਪਾਸ ਆ ਕੇ ਰੁਕ ਗਈ। ਉਸ ਤੋਂ ਬਾਅਦ ਉਸ ਰੋਸ਼ਨੀ ਨੇ ਨਾ ਇੱਕ ਮਨੁੱਖਾ ਦੇਹੀ ਧਾਰਨ ਕਰ ਲਈ। ਜਦ ਧਾਰਨ ਕੀਤੀ ਤਾਂ ਸ਼੍ਰੀ ਰਾਮ ਗੋਪਾਲ ਜੀ ਕਹਿਣ ਲੱਗੇ ਮੈਂ ਕੀ ਦੇਖਿਆ ਕਿ ਇਹ ਜਿਹੜਾ ਰੂਪ ਧਾਰਨ ਕੀਤਾ ਸੀ ਇਹ ਸ਼੍ਰੀ ਲਹੇੜੀ ਮਹਾਸ਼ਾ ਜੀ ਸੀਗੇ ਅਤੇ ਇਹ ਰੋਸ਼ਨੀ ਸ਼੍ਰੀ ਲਹੇੜੀ ਮਹਾਸ਼ਾ ਜੀ ਦੇ ਸਰੂਪ ਦੇ ਵਿੱਚ ਬਦਲ ਗਈ ਸੀ। ਫਿਰ ਕਹਿੰਦੇ ਸ਼੍ਰੀ ਲਹੇੜੀ ਮਹਾਸ਼ਾ ਜੀ ਨੇ ਉਹਨਾਂ ਮਾਤਾ ਜੀ ਨੂੰ ਪ੍ਰਣਾਮ ਕੀਤਾ। ਜਦ ਪ੍ਰਣਾਮ ਕੀਤਾ ਤਾਂ ਕਹਿੰਦੇ ਉਸ ਤੋਂ ਬਾਅਦ ਮੈਂ ਕੀ ਦੇਖਿਆ, ਇੱਕ ਹੋਰ ਸੇਮ ਉਸੇ ਤਰ੍ਹਾਂ ਦਾ ਇੱਕ ਗੋਲਾ ਜਿਹਦੀ ਰੋਸ਼ਨੀ ਵੀ ਅੱਖਾਂ ਨੂੰ ਝੰਧਿਆਉਣ ਵਾਲੀ ਸੀਗੀ, ਉਹ ਵੀ ਕਹਿੰਦੇ ਉੜਦੀ ਆ ਕੇ ਨਾ ਮਾਤਾ ਜੀ ਦੇ ਪਾਸ ਰੁਕ ਗਈ। ਜਦ ਰੁਕੀ ਤਾਂ ਉਸ ਨੇ ਵੀ ਜਿਹੜਾ ਰੂਪ ਧਾਰਨ ਕੀਤਾ। ਜਦ ਰੂਪ ਧਾਰਨ ਕੀਤਾ ਤਾਂ ਕਹਿੰਦੇ ਅਸੀਂ ਕੀ ਦੇਖਿਆ ਕਿ ਤਕਰੀਬਨ ਇੱਕ ਬਿਲਕੁਲ ਸੁੰਦਰ ਨੌਜਵਾਨ ਜਿਹੜਾ ਸੀ ਉਹ ਮਾਤਾ ਜੀ ਦੇ ਸਾਹਮਣੇ ਉਹ ਪ੍ਰਗਟ ਹੋ ਗਿਆ। ਜਦ ਕਹਿੰਦੇ ਬੜਾ ਸੁੰਦਰ ਨੌਜਵਾਨ ਪ੍ਰਗਟ ਹੋਇਆ ਤਾਂ ਮੈਂ ਕੀ ਦੇਖਿਆ, ਉਹਨਾਂ ਦਾ ਜਿਹੜਾ ਚਿਹਰਾ ਸੀਗਾ ਉਹ ਸ਼੍ਰੀ ਲਹੇੜੀ ਮਹਾਸ਼ਾ ਜੀ ਦੇ ਨਾਲ ਮਿਲਦਾ ਜੁਲਦਾ ਸੀ। ਅਤੇ ਸ਼੍ਰੀ ਰਾਮ ਗੋਪਾਲ ਜੀ ਕਹਿਣ ਲੱਗੇ ਕਿ ਮੈਂ ਸਮਝ ਗਿਆ ਕਿ ਇਹੋ ਹੀ ਬਾਬਾ ਜੀ ਆ ਜਿਹੜੇ ਹਿਮਾਲਿਆ ਦੇ ਵਿੱਚ ਸਦਾ ਬਹਾਰ ਸੰਤ ਆ ਮਹਾਂਪੁਰਖ। ਕਹਿੰਦੇ ਮੈਂ ਬੜੇ ਧਿਆਨ ਨਾਲ ਦੇਖਿਆ ਕਿ ਉਹਨਾਂ ਦਾ ਜਿਹੜੇ ਕੇਸ ਸੀਗੇ ਬੜੇ ਲੰਬੇ ਸੀ, ਤਾਂ ਕੇਸ ਇਸ ਤਰ੍ਹਾਂ ਦੇ ਸੀਗੇ ਜਿਵੇਂ ਹਨ ਤਾਂਬੇ ਦੀਆਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਉਹ ਲੰਮੀਆਂ ਜਟਾਵਾਂ ਹੋਣ। ਭਾਵ ਕੀ ਹੈ, ਤਾਂਬੇ ਰੰਗੀ ਕੇਸ ਸੀ ਉਹਨਾਂ ਮਹਾਂਪੁਰਖਾਂ ਦੇ। ਉਸ ਤੋਂ ਬਾਅਦ ਫਿਰ ਸ਼੍ਰੀ ਰਾਮ ਗੋਪਾਲ ਜੀ ਕਹਿਣ ਲੱਗੇ ਕਿ ਮੈਂ ਆਪ ਉੱਠ ਕੇ ਤਿੰਨੇ ਮਹਾਂਪੁਰਖਾਂ ਨੂੰ ਕਹਿੰਦੇ ਮੈਂ ਹੈ ਨਾ ਪ੍ਰਣਾਮ ਕੀਤਾ। ਜਦ ਲਹੇੜੀ ਮਹਾਸ਼ਾ ਬਾਬਾ ਜੀ ਅਤੇ ਮਾਤਾ ਨੂੰ ਪ੍ਰਣਾਮ ਕੀਤਾ ਅਤੇ ਪ੍ਰਣਾਮ ਕਰਦੇ ਸਾਰ ਕਹਿੰਦੇ ਮੈਂ ਕੀ ਦੇਖਿਆ ਕਿ ਉਹਨਾਂ ਦੇ ਜਦੋਂ ਮੈਂ ਹੈ ਨਾ ਦਿव्य ਚਰਨਾਂ ਨੂੰ ਹੱਥ ਲਾਇਆ, ਨਮਸਕਾਰ ਕੀਤੀ, ਬਸ ਇਹਨਾਂ ਤਿੰਨਾਂ ਦੇ ਦਿव्य ਚਰਨਾਂ ਨੂੰ ਹੱਥ ਲਾਉਂਦਿਆਂ ਸਪਰਸ਼ ਕਰਦਿਆਂ ਸਾਰੀ ਹੈ ਨਾ ਮੇਰੇ ਅੰਦਰ ਇੱਕ ਖੁਸ਼ੀ ਦੀ ਆਨੰਦਮਈ ਜਿਹੜੀ ਝਰਨਾਹਟ ਸੀ, ਕਹਿੰਦੇ ਐਨ ਤੂਫਾਨ ਵਾਂਗੂ ਉਹ ਇੱਕਦਮ ਚੱਲਣ ਲੱਗ ਪਈ। ਐਡਾ ਭਾਰਾ ਆਨੰਦ, ਇੰਨੀ ਭਾਰੀ ਕਹਿੰਦੇ ਖੁਸ਼ੀ, ਇੰਨਾ ਭਾਰਾ ਸੁੱਖ। ਅਤੇ ਸ਼੍ਰੀ ਰਾਮ ਗੋਪਾਲ ਜੀ ਕਹਿੰਦੇ ਇਹ ਉਹਨਾਂ ਦੀ ਛੋਹਣ ਦੀ ਕਿਰਿਆ ਦੇ ਵਿੱਚ ਐਡੀ ਭਾਰੀ ਤਾਕਤ ਸੀਗੀ ਅਤੇ ਮੈਂ ਹੈਰਾਨ ਰਹਿ ਗਿਆ। ਉਸ ਤੋਂ ਬਾਅਦ ਕਹਿੰਦੇ ਕੀ ਹੋਇਆ, ਫਿਰ ਕਹਿੰਦੇ ਉਹਨਾਂ ਤਿੰਨਾਂ ਨੇ ਆਪਸ ਵਿੱਚ ਜਿਹੜੀ ਗੱਲਬਾਤ ਕਰਨੀ ਸ਼ੁਰੂ ਕੀਤੀ ਅਤੇ ਸ਼੍ਰੀ ਰਾਮ ਗੋਪਾਲ ਜੀ ਕਹਿਣ ਲੱਗੇ, ਪਹਿਲਾਂ ਨਾ ਬਾਬਾ ਜੀ ਕਹਿਣ ਲੱਗੇ ਕਿ ਪੂਜਨੀਕ ਭੈਣ ਜੀ, ਮਾਤਾ ਜੀ ਨੂੰ ਕਹਿਣ ਲੱਗੇ ਪੂਜਨੀਕ ਭੈਣ ਜੀ, ਮੈਂ ਆਪਣੇ ਹੈ ਨਾ ਜਿਹੜਾ ਸਥੂਲ ਸਰੀਰ ਧਾਰਨ ਕੀਤਾ ਹੈ, ਸਥੂਲ ਸਰੀਰ ਨੂੰ ਤਿਆਗ ਕੇ ਅਨੰਤ ਪ੍ਰਵਾਹ ਵਿੱਚ ਲੀਨ ਹੋਣ ਜਾਣ ਦਾ ਜਿਹੜਾ ਵਿਚਾਰ ਵਾ ਨਾ ਕਹਿੰਦੇ ਮੈਂ ਕਰ ਰਿਹਾ ਹੈਗਾ ਕਿ ਜਿਹੜਾ ਅਨੰਤ ਪ੍ਰਵਾਹ ਉਸ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਦਾ ਹੈ, ਉਸ ਪ੍ਰਵਾਹ ਦੇ ਵਿੱਚ ਨਾ ਜਾਣ ਦਾ ਵਿਚਾਰ ਕਰ ਰਿਹਾ ਹੈਗਾ ਕਿ ਮੈਂ ਆਪਣਾ ਜਿਹੜਾ ਸਥੂਲ ਸਰੀਰ ਹੈਗਾ ਇਸ ਨੂੰ ਤਿਆਗ ਕੇ ਤੇ ਉਸ ਬ੍ਰਹਮ ਵਿੱਚ ਚਲਾ ਜਾਵਾਂ। ਜਦ ਇੰਨੀ ਗੱਲ ਹੋਈ ਤਾਂ ਕਹਿੰਦੇ ਮਾਤਾ ਜੀ ਜਿਹੜੇ ਸੀਗੇ ਉਹਨਾਂ ਨੇ ਕਹਿੰਦੇ ਬਾਬਾ ਜੀ ਵੱਲ ਦੇਖਿਆ ਬੜੇ ਹੀ ਪਿਆਰ ਭਰੀ ਦ੍ਰਿਸ਼ਟੀ ਦੇ ਨਾਲ ਅਤੇ ਦੇਖ ਕੇ ਕਹਿਣ ਲੱਗੇ, ਕਹਿੰਦੇ ਪੂਜਨੀਕ ਗੁਰਦੇਵ, ਮੈਂ ਆਪਦੇ ਮਨ ਦੀ ਜਿਹੜੀ ਮਨਸ਼ਾ ਦਾ ਭਾਵ ਪਹਿਲਾਂ ਹੀ ਕਹਿੰਦੀ ਮੈਂ ਪਾ ਚੁੱਕੀ ਹਾਂ। ਜੋ ਤੁਹਾਡੇ ਮਨ ਦੀ ਇੱਛਾ ਸੀ, ਜੋ ਤੁਹਾਡੇ ਮਨ ਦਾ ਸੰਕਲਪ ਸੀਗਾ ਨਾ, ਕਹਿੰਦੇ ਉਹ ਮੈਨੂੰ ਪਹਿਲਾਂ ਹੀ ਪਾ ਚੁੱਕਾ ਸੀਗਾ। ਇਹ ਮਾਤਾ ਜੀ ਨੇ ਬਾਬਾ ਜੀ ਨੂੰ ਆਖਿਆ ਸੀਗਾ ਅਤੇ ਇਸ ਕਰਕੇ ਕਹਿੰਦੇ ਮੈਂ ਅੱਜ ਦੀ ਰਾਤ ਹੈ ਨਾ ਇਸੇ ਮਸਲੇ ਦੇ ਉੱਪਰ ਆਪ ਜੀ ਦੇ ਨਾਲ ਵਿਚਾਰ ਵਿਮਰਸ਼ ਕਰਨਾ ਚਾਹੁੰਦੀ ਹਾਂ। ਇਸੇ ਕਰਕੇ ਮੈਂ ਸ਼੍ਰੀ ਲਹੇੜੀ ਮਹਾਸ਼ਾ ਨੂੰ ਅਤੇ ਬਾਬਾ ਜੀ ਆਪ ਜੀ ਨੂੰ ਦੋਨਾਂ ਨੂੰ ਹੈ ਨਾ ਇਸ ਮਸਲੇ ਦੇ ਉੱਪਰ, ਇਸ ਘਾਟ ਦੇ ਉੱਪਰ ਬੁਲਾਇਆ ਹੈਗਾ। ਫਿਰ ਕਹਿੰਦੇ
ਜਦ ਇਹ ਹੋਇਆ ਤੇ ਕਹਿੰਦੇ ਮਾਤਾ ਜੀ ਨੇ ਬੜੇ ਹੀ ਬੇਨਤੀ ਜਿਹੜੀ ਸੀ, ਬੜੀ ਸਨੇਹ ਪਿਆਰ ਭਰੀਆਂ ਨਜ਼ਰਾਂ ਦੇ ਨਾਲ ਬਾਬਾ ਜੀ ਨੂੰ ਕੀਤੀ। ਮਾਤਾ ਜੀ ਕਹਿਣ ਲੱਗੇ, ਕਹਿੰਦੇ ਆਪ ਨੂੰ ਸਰੀਰ ਤਿਆਗਣ ਦੀ ਕੀ ਜ਼ਰੂਰਤ ਹੈਗੀ ਆ। ਪਹਿਲਾਂ ਤਾਂ ਕਹਿੰਦੇ ਇਹ ਸਵਾਲ ਜਿਹੜਾ ਸੀ ਨਾ, ਇਹ ਮਾਤਾ ਜੀ ਨੇ ਬਾਬਾ ਜੀ ਦੇ ਅੱਗੇ ਕੀਤਾ ਸੀ। ਫਿਰ ਕਹਿੰਦੇ ਵੀ ਬਾਬਾ ਜੀ ਨੇ ਜਵਾਬ ਦਿੱਤਾ, ਕਹਿਣ ਲੱਗੇ ਬਈ ਮੈਂ ਆਪਣੇ ਬ੍ਰਹਮ ਸਾਗਰ ਦੇ ਵਿੱਚ ਦ੍ਰਿਸ਼ਟਮਾਨ ਜਾਂ ਅਦ੍ਰਿਸ਼ਟ ਲਹਿਰ ਦਾ ਰੂਪ ਧਾਰਨ ਕਰਨ ਵੀ ਲਵਾਂ, ਅਤੇ ਇਹਦੇ ਵਿੱਚ ਕਹਿੰਦੇ ਮੈਨੂੰ ਕੋਈ ਫਰਕ ਨਹੀਂ ਪੈਂਦਾ। ਭਾਵ ਕੀ ਹੈਗਾ, ਜਿਵੇਂ ਇੱਕ ਜਲ ਹੁੰਦਾ ਹੈਗਾ, ਜਲ ਦੇ ਅੰਦਰ ਸਮੁੰਦਰ ਦੇ ਜਲ ਦੇ ਵਿੱਚ ਸਮਾਉਣ ਨਾਲ ਜਲ ਦਾ ਰੂਪ ਧਾਰਨ ਕਰ ਲਵਾਂ, ਜਾਂ ਸਮੁੰਦਰ ਦੇ ਉੱਪਰ ਵਗ ਰਿਹਾ ਜਲ ਦੀ ਜਿਹੜੀ ਤਰੰਗ ਲਹਿਰ ਆ ਉਹਦਾ ਰੂਪ ਧਾਰਨ ਕਰ ਲਵਾਂ, ਅਤੇ ਇਹਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈਗਾ। ਭਾਵ ਕੀ ਹੈ, ਜਲ ਦੇ ਤਰੰਗ ਇੱਕੋ ਹੀ ਰੂਪ ਹੈ। ਜਦ ਕਹਿੰਦੇ ਇੰਨੀ ਗੱਲ ਹੋਈ ਤਾਂ ਫਿਰ ਮਾਤਾ ਜੀ ਕਹਿਣ ਲੱਗੇ, ਕਹਿੰਦੇ ਅਮਰ ਗੁਰਦੇਵ ਜੇ ਕੋਈ ਫਰਕ ਹੀ ਨਹੀਂ ਪੈਂਦਾ ਹੈਗਾ ਤੇ ਫਿਰ ਕਹਿੰਦੇ ਮੈਂ ਤੁਹਾਡੇ ਮੂਹਰੇ ਬੇਨਤੀ ਕਰਦੀ ਹਾਂ, ਕਿਰਪਾ ਕਰਕੇ ਆਪਣੇ ਸਰੀਰ ਦਾ ਕਦੇ ਤਿਆਗ ਨਾ ਕਰੋ। ਇਹ ਮਾਤਾ ਜੀ ਨੇ ਕਹਿੰਦੇ ਫਿਰ ਬਾਬਾ ਜੀ ਨੂੰ ਆਖਿਆ ਸੀਗਾ ਉੱਥੇ ਖੜੇ ਵਿਵਾਰ, ਜਦੋਂ ਇਹ ਮਸ਼ਵਰਾ ਜਿਹੜੀ ਸੀ ਗੱਲਬਾਤ ਚੱਲ ਰਹੀ ਸੀ, ਜਦੋਂ ਕਹਿੰਦੇ ਇੰਨੀ ਗੱਲ ਹੋਈ ਆ ਤੇ ਫਿਰ ਕਹਿੰਦੇ ਬਈ ਉਸ ਤੋਂ ਬਾਅਦ ਪਰ ਗੁਰਦੇਵ ਗੁਰੂ ਜੀ ਨੇ ਆਖਿਆ ਸੀਗਾ, ਕਹਿੰਦੇ ਠੀਕ ਹੈ ਇਸ ਤਰ੍ਹਾਂ ਹੀ ਹੋਵੇਗਾ। ਦੇਖੋ ਬਹੁਤ ਵੱਡੀ ਗੱਲ ਕੀਤੀ ਕਿ ਇਸ ਸਰੀਰ ਨੂੰ ਇਸ ਤਰ੍ਹਾਂ ਹੀ ਜਿਹੜਾ ਧਾਰਨ ਕਰਨ ਦਾ ਜੋ ਵਿਚਾਰ ਹੈ, ਇਹ ਬਾਬਾ ਜੀ ਨੇ ਜਿਹੜਾ ਸੀਗਾ ਉਹ ਮਾਤਾ ਜੀ ਦਾ ਮੰਨ ਲਿਆ ਸੀਗਾ। ਅਤੇ ਫਿਰ ਨਾਲ ਹੀ ਕਹਿਣ ਲੱਗੇ ਕਿ ਆਪ ਦੇ ਮੁਖਾਰਬਿੰਦ ਤੋਂ ਪਰਮਾਤਮਾ ਦੀ ਜਿਹੜੀ ਇੱਛਾ ਹੈਗੀ ਆ ਇਹਦੇ ਵਿੱਚ ਛੁਪੀ ਹੋਈ ਆ। ਪਰਮਾਤਮਾ ਦੀ ਇੱਛਾ ਇਹ ਹੋਈ ਆ ਕਿ ਮੈਂ ਇਹ ਜਿਹੜਾ ਸਥੂਲ ਸਰੀਰ ਆ ਇਹਦਾ ਕਦੇ ਤਿਆਗ ਨਾ ਕਰਾਂ। ਇਸ ਕਰਕੇ ਫਿਰ ਬਾਬਾ ਜੀ ਨੇ ਆਖਿਆ ਸੀਗਾ ਕਿ ਇਹ ਜਿਹੜਾ ਮੇਰਾ ਸਥੂਲ ਸਰੀਰ ਵਾ ਇਹਦਾ ਮੈਂ ਕਦੀ ਤਿਆਗ ਨਹੀਂ ਕਰਾਂਗਾ। ਹਾਂ, ਪ੍ਰਿਥਵੀ ਦੇ ਉੱਪਰ ਇਹ ਜਿਹੜਾ ਸਰੀਰ ਆ ਕਿਤੇ ਕੁਝ ਲੋਕਾਂ ਨੂੰ ਜਿਹੜਾ ਹੈਗਾ ਉਹ ਜ਼ਰੂਰ ਸਮੇਂ 'ਤੇ ਦਿਖਾਈ ਦੇਵੇਗਾ। ਭਾਵ ਕੀ ਆ ਕਿ ਜਿਨ੍ਹਾਂ ਦੇ ਮਨ ਦੀ ਇੱਛਾ ਹੈਗੀ ਆ ਬਾਬਾ ਜੀ ਨੂੰ ਮਿਲਣ ਦੀ, ਜਾਂ ਕੋਈ ਐਸਾ ਕਾਰਜ ਜਿਹੜਾ ਬਾਬਾ ਜੀ ਉਹਦੇ ਸਰੀਰ ਤੋਂ ਲੈਣਾ ਚਾਹੁੰਦੇ ਆ, ਉਹਨਾਂ ਵਾਸਤੇ ਬਾਬਾ ਜੀ ਪ੍ਰਗਟ ਹੋ ਕੇ ਉਹਨਾਂ ਨੂੰ ਸੇਧ ਦੇਣ ਵਾਸਤੇ ਇਹ ਸਰੀਰ ਦੀ ਜਿਹੜੀ ਆ ਵਰਤੋਂ ਕਰਿਆ ਕਰਨਗੇ। ਦੇਖੋ ਫਿਰ ਰਾਮ ਗੋਪਾਲ ਜੀ ਨੇ ਕਿਹਾ ਹੈਗਾ ਕਿ ਹੈਰਾਨੀ ਦੀ ਤੱਕਣੀ ਦੇ ਨਾਲ ਮੈਂ ਜਦੋਂ ਸਾਰੀ ਵਾਰਦਾਤ ਜਿਹੜੀ ਸੁਣ ਰਿਹਾ ਸੀਗਾ, ਬਸ ਜਦੋਂ ਮਹਾਂਪੁਰਖਾਂ ਦੇ ਬਚਨ ਸੁਣੇ ਤੇ ਫਿਰ ਬਾਬਾ ਜੀ ਨੇ ਕਹਿੰਦੇ ਮੇਰੇ ਵੱਲ ਤੱਕ ਕੇ ਕਹਿੰਦੇ ਬੜੇ ਪਿਆਰ ਤੇ ਮਿੱਠੀ ਆਵਾਜ਼ ਵਿੱਚ ਮੈਨੂੰ ਕਿਹਾ, ਕਹਿੰਦੇ ਰਾਮ ਗੋਪਾਲ ਵੀ ਤੂੰ ਡਰ ਨਾ, ਇਹਨਾਂ ਅਮਰ ਬਚਨਾਂ ਦੀ ਜਿਹੜੀ ਗਵਾਹੀ ਬਣਦਾ ਤੈਨੂੰ ਜੋ ਸੁਹਾਗ ਪ੍ਰਾਪਤ ਹੋਇਆ ਇਹ ਤੇਰੇ ਭਾਗਾਂ ਦੇ ਵਿੱਚ ਬਹੁਤ ਵੱਡੀ ਇੱਕ ਕਿਰਪਾ ਹੋਈ ਆ ਪਰਮੇਸ਼ਰ ਦੀ। ਭਾਵ ਕੀ ਆ ਕਿ ਸ਼੍ਰੀ ਰਾਮ ਗੋਪਾਲ ਜੀ ਜਿਹੜੇ ਸੀਗੇ ਇਹ ਗਵਾਹ ਬਣੇ ਆ ਮਾਤਾ ਜੀ ਦੇ ਤੇ ਲਹਿੜੀ ਮਾਸ਼ਾ ਦੀ ਤੇ ਬਾਬਾ ਜੀ ਦੀ ਇਸ ਪ੍ਰਵਚਨਾਂ ਦੀ ਗੱਲਬਾਤ ਦੀ ਗਵਾਹੀ ਦੇ। ਫਿਰ ਕਹਿੰਦੇ ਜਦੋਂ ਇਹ ਗੱਲ ਹੋਈ ਸੀ ਤੇ ਫਿਰ ਕਹਿੰਦੇ ਕੀ ਹੋਇਆ, ਉਸ ਤੋਂ ਬਾਅਦ ਫਿਰ ਬਾਬਾ ਜੀ ਦਾ ਤੇ ਲਹਿੜੀ ਮਾਸ਼ਾ ਜੀ ਦਾ ਇਹ ਜਿਹੜਾ ਸਰੀਰ ਸੀਗਾ ਇਹ ਮੁੜ ਕੇ ਫਿਰ ਜਿਹੜੇ ਸੀ ਅੱਖਾਂ 'ਚੋਂ ਆਉਣ ਵਾਲੀ ਰੋਸ਼ਨੀ ਦੇ ਵਿੱਚ ਬਦਲ ਗਿਆ। ਜਦ ਬਦਲ ਗਿਆ ਤੇ ਇਹ ਰੋਸ਼ਨੀ ਫਿਰ ਉੱਪਰ ਉੱਠਣ ਲੱਗੀ। ਉੱਠਦਿਆਂ ਜਦ ਹਵਾ ਆਕਾਸ਼ ਦੇ ਵਿੱਚ ਉੱਠੀ ਆ, ਉਸ ਤੋਂ ਬਾਅਦ ਫਿਰ ਇਹ ਜਿਹੜੀ ਰੋਸ਼ਨੀ ਸੀਗੀ ਬੜੀ ਤੇਜ਼ੀ ਦੇ ਨਾਲ ਇੱਕ ਪਾਸੇ ਨੂੰ ਜਾਂਦੀ ਹੋਈ ਫਿਰ ਅਦ੍ਰਿਸ਼ ਹੋ ਗਈ ਸੀਗੀ। ਜਦ ਕਹਿੰਦੇ ਫਿਰ ਬਾਬਾ ਜੀ ਤੇ ਲਹਿੜੀ ਮਾਸ਼ਾ ਜਿਹੜੇ ਸੀਗੇ ਇਸ ਤੇਜ਼ ਰੋਸ਼ਨੀ ਦਾ ਰੂਪ ਧਾਰਨ ਕਰਕੇ ਉੱਥੋਂ ਚਲੇ ਗਏ, ਵਿਦਾ ਹੋ ਗਏ। ਫਿਰ ਕਹਿੰਦੇ ਮਾਤਾ ਜੀ ਦਾ ਜਿਹੜਾ ਸਰੀਰ ਸੀਗਾ ਇਹ ਫਿਰ ਹਵਾ ਦੇ ਵਿੱਚ ਆਕਾਸ਼ ਨੂੰ ਉੱਪਰ ਉੱਠਿਆ। ਜਦ ਉੱਠਿਆ ਉਸ ਤੋਂ ਬਾਅਦ ਫਿਰ ਇਹ ਜਿਹੜਾ ਸਰੀਰ ਸੀ ਮਾਤਾ ਜੀ ਦਾ ਫਿਰ ਗੁਫਾ ਵੱਲ ਨੂੰ ਵਧਿਆ ਤੇ ਫਿਰ ਉਹ ਜਿਹੜੀ ਜ਼ਮੀਨ ਦੋਜ ਗੁਫਾ ਸੀ ਉਹਦੇ ਵਿੱਚ ਮਾਤਾ ਜੀ ਜਿਹੜੇ ਸੀਗੇ ਹੌਲੀ ਹੌਲੀ ਉਸ ਪਤਾਲ ਦੇ ਵਿੱਚ ਜਾਣ ਲੱਗ ਪਏ। ਜਦ ਪਤਾਲ 'ਚ ਜਾਣ ਲੱਗ ਪਏ, ਉਹ ਜਿਹੜੀ ਚਟਾਨ ਸੀਗੀ ਉੱਪਰ ਨੂੰ ਪਹਿਲਾਂ ਗਏ ਸੀ ਮਾਤਾ ਜੀ ਦੇ ਨਿਕਲਣ ਤੋਂ ਪਹਿਲਾਂ, ਉਹ ਇਸ ਤਰ੍ਹਾਂ ਆਕਾਸ਼ ਦੇ ਵਿੱਚ ਸਥਿਰ ਖੜੀ ਸੀ। ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀਗਾ ਜਿਵੇਂ ਕਿਸੇ ਅਦ੍ਰਿਸ਼ ਸ਼ਕਤੀ ਨੇ ਉਹਨੂੰ ਹਵਾ ਦੇ ਵਿੱਚ ਖੜਾ ਕੀਤਾ ਹੁੰਦਾ। ਜਦੋਂ ਮਾਤਾ ਜੀ ਜਿਹੜੇ ਸੀਗੇ ਉਹ ਜ਼ਮੀਨ ਦੋਜ ਗੁਫਾ ਦੇ ਵਿੱਚ ਆਪਣੀ ਸਮਾਧੀ ਸਥਾਨ ਵੱਲੋਂ ਨਿਕਲ ਗਏ, ਉਸ ਤੋਂ ਬਾਅਦ ਉਹ ਜਿਹੜੀ ਬੜੀ ਵੱਡੀ ਚਟਾਨ ਸੀਗੀ ਆਕਾਸ਼ ਦੇ ਵਿੱਚ ਖੜੀ ਸੀ ਉਹ ਹੌਲੀ ਹੌਲੀ ਹੇਠਾਂ ਨੂੰ ਹੋਣ ਲੱਗ ਪਈ। ਅਤੇ ਜਿਹੜੀ ਗੁਫਾ ਸੀ ਮਾਤਾ ਜੀ ਦੀ ਦਿਸ਼ਾ ਸ਼ਬ ਮੇਘ ਘਾਟ ਦੇ ਉੱਤੇ, ਇਸ ਗੁਫਾ ਦੇ ਉੱਤੇ ਉਹ ਚਟਾਨ ਜਿਹੜੀ ਸੀਗੀ ਫਿਰ ਬੜੇ ਸਹਿਜ ਦੇ ਨਾਲ ਜਿਹੜੀ ਸੀਗੀ ਉੱਪਰ ਚਲੀ ਗਈ। ਅਤੇ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਜਿਵੇਂ ਕਿਸੇ ਗੈਵੀ ਸ਼ਕਤੀ ਨੇ ਉਸ ਚਟਾਨ ਰੂਪੀ ਢੱਕਣ ਹੈਗਾ, ਉਸ ਢੱਕਣ ਦੇ ਨਾਲ ਉਸ ਗੁਫਾ ਨੂੰ ਪੂਰੀ ਤਰ੍ਹਾਂ ਢੱਕ ਦਿੱਤਾ ਹੋਵੇ। ਜਦ ਕਹਿੰਦੇ ਫਿਰ ਇੰਨੀ ਗੱਲ ਹੋਈ ਸੀ ਤਾਂ ਅੰਮ੍ਰਿਤ ਵੇਲਾ ਹੋ ਗਿਆ ਸੀਗਾ। ਸ਼੍ਰੀ ਰਾਮ ਗੋਪਾਲ ਜੀ ਕਹਿਣ ਲੱਗੇ ਜਦ ਅੰਮ੍ਰਿਤ ਵੇਲਾ ਹੋਇਆ ਤਾਂ ਅੰਮ੍ਰਿਤ ਵੇਲੇ ਤੋਂ ਬਾਅਦ ਕਹਿੰਦੇ ਫਿਰ ਮੈਂ ਦੁਬਾਰਾ ਜਿਹੜਾ ਸੀਗਾ ਇਹ ਲਹਿੜੀ ਮਾਸ਼ਾ ਜੀ ਦੇ ਪਾਸ ਗਿਆ। ਜਦ ਉੱਥੇ ਗਿਆ ਅਤੇ ਉੱਥੇ ਫਿਰ ਮੈਂ ਇਹਨਾਂ ਦੇ ਚਰਨਾਂ 'ਚ ਮੱਥਾ ਟੇਕਿਆ। ਜਦ ਮੱਥਾ ਟੇਕਿਆ ਅਤੇ ਬਾਬਾ ਜੀ ਕਹਿੰਦੇ ਬੜੇ ਪ੍ਰਸੰਨ ਮੁਦਰਾ ਦੇ ਵਿੱਚ ਮੈਨੂੰ ਦੇਖ ਕੇ ਜਿਹੜੇ ਸੀ ਉਹ ਤੱਕ ਰਹੇ ਸੀ। ਤੱਕਣ ਤੋਂ ਬਾਅਦ ਕਹਿੰਦੇ ਫਿਰ ਅਸੀਂ ਕੀ ਦੇਖਿਆ ਕਿ ਬਾਬਾ ਜੀ ਮੈਨੂੰ ਕਹਿਣ ਲੱਗੇ, ਕਹਿੰਦੇ ਰਾਮ ਗੋਪਾਲ ਵੀ ਮੈਂ ਤੇਰੇ 'ਤੇ ਬਹੁਤ ਜ਼ਿਆਦਾ ਖੁਸ਼ ਹਾਂ, ਬਹੁਤ ਜ਼ਿਆਦਾ ਪ੍ਰਸੰਨ ਹਾਂ।
ਕਿ ਤੂੰ ਅਕਸਰ ਹੈ ਨਾ ਬਾਬਾ ਜੀ ਅਤੇ ਮਾਤਾ ਜੀ ਦੇ ਦਰਸ਼ਨ ਦੀ ਇੱਛਾ ਜਿਹੜੀ ਸੀ ਹਮੇਸ਼ਾ ਪ੍ਰਗਟ ਕਰਿਆ ਕਰਦਾ ਸੀਗਾ, ਪਰ ਅੱਜ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਹੈ ਨਾ ਤੇਰੀ ਇਹ ਮੁਰਾਦ ਪੂਰੀ ਹੋ ਗਈ। ਭਾਵ ਕਿ ਤੂੰ ਮਾਤਾ ਜੀ ਦੇ ਅਤੇ ਬਾਬਾ ਜੀ ਦੇ ਜਿਹੜੇ ਸੀਗੇ ਉਸ ਦਸ਼ਾਸ਼ਵਮੇਧ ਘਾਟ ਦੇ ਉੱਤੇ ਵਾਰਤਾਲਾਪ ਦੇ ਰੂਪ ਦੇ ਵਿੱਚ ਨਾ ਦਰਸ਼ਨ ਜਿਹੜੇ ਸੀ ਉਹ ਤੈਨੂੰ ਨਸੀਬ ਹੋ ਗਏ, ਤੈਂ ਪ੍ਰਾਪਤ ਕਰ ਲਏ ਸੀਗੇ। ਉਸ ਤੋਂ ਬਾਅਦ ਫਿਰ ਕਹਿੰਦੇ ਜਦੋਂ ਬਾਬਾ ਜੀ ਦੇ ਸ਼ਾਗਿਰਦ ਜਿਹੜੇ ਉਹਨਾਂ ਟਾਈਮਾਂ ਦੇ ਵਿੱਚ ਕੋਲ ਬੈਠੇ ਸੀਗੇ, ਉਹਨਾਂ ਨੇ ਮੈਨੂੰ ਦੱਸਿਆ ਸੀਗਾ ਕਿ ਜਦੋਂ ਤੂੰ ਦਸ਼ਾਸ਼ਵਮੇਧ ਘਾਟ ਦੇ ਜਿਹੜੇ ਸੀਗੇ ਉਦੋਂ ਗਿਆ ਸੀਗਾ, ਫਿਰ ਬਾਬਾ ਜੀ ਉੱਥੋਂ ਕਿਤੇ ਨਹੀਂ ਸੀਗੇ, ਬਾਬਾ ਜੀ ਆਪਣੇ ਸਥਾਨ 'ਤੇ ਬੈਠੇ ਰਹੇ ਆ। ਪਰ ਉਹਨੇ ਦੱਸਿਆ ਸੀਗਾ ਕਿ ਤੇਰੇ ਜਾਣ ਤੋਂ ਬਾਅਦ ਬਾਬਾ ਜੀ ਨੇ ਸਾਡੇ ਨਾਲ ਬੜੇ ਸੁੰਦਰ ਪ੍ਰਵਚਨ ਕੀਤੇ ਸੀਗੇ, ਅਤੇ ਇਹਨਾਂ ਪ੍ਰਵਚਨਾਂ ਵਿੱਚ ਕਹਿੰਦੇ ਫਿਰ ਸਾਨੂੰ ਇਸ ਚੀਜ਼ ਦਾ ਗਿਆਨ ਹੋਇਆ ਸੀਗਾ ਕਿ ਸ਼ਾਸਤਰਾਂ ਦੇ ਵਿੱਚ ਜੋ ਵੀ ਲਿਖਿਆ ਹੈ ਨਾ ਕਿ ਜਿਹੜੇ ਰੱਬ ਦੇ ਪਿਆਰੇ ਹੈ ਉਹ ਆਪੋ ਆਪਣੀ ਅਧਿਆਤਮਿਕ ਉੱਨਤੀ ਦੇ ਨਾਲ ਮਨ ਇੱਛੇ ਸਰੀਰ ਧਾਰਨ ਕਰ ਸਕਦੇ ਆ। 2 ਸਰੀਰ 2 ਤੋਂ ਜ਼ਿਆਦਾ ਜਿੰਨੀ ਵੀ ਕਿਸੇ ਦੀ ਆਤਮਿਕ ਅਧਿਆਤਮਿਕ ਤਾਕਤ ਹੈਗੀ ਉਸ ਦੇ ਹਿਸਾਬ ਨਾਲ ਕਈ ਸਰੀਰ ਧਾਰਨ ਕਰਕੇ ਇੱਕੋ ਹੀ ਟਾਈਮ ਕਈ ਜਗ੍ਹਾ ਜਾ ਸਕਦੇ ਆ, ਉੱਥੇ ਕੰਮ ਕਰ ਸਕਦੇ ਆ, ਵਿਚਰ ਸਕਦੇ ਆ, ਮੁੜ ਕੇ ਆਪਣੇ ਫਿਰ ਇੱਕ ਸਰੀਰ ਦੇ ਵਿੱਚ ਆ ਸਕਦੇ ਆ। ਸੋ ਕਹਿੰਦੇ ਇਹ ਜਿਹੜੀ ਸੀ ਸਾਰੀ ਗੱਲਬਾਤ ਲਹਿੜੀ ਮਾਸ਼ਾ ਜੀ ਨੇ ਤੇਰੇ ਜਾਣ ਤੋਂ ਬਾਅਦ ਦੱਸੀ ਸੀ। ਤਾਂ ਪਹਿਲੇ ਕਹਿੰਦੇ ਫਿਰ ਮੈਨੂੰ ਇਸ ਗੱਲ ਦੀ ਸਮਝ ਲੱਗ ਗਈ ਸੀਗੀ ਕਿ ਇਹਨਾਂ ਮਹਾਂਪੁਰਖਾਂ ਦੀ ਜੋਗੀਆਂ ਦੀ ਜਿਹੜੀ ਐਡੀ ਭਾਰੀ ਪਹੁੰਚ ਵਾ ਕਿ ਯੁੱਗ ਤਾਂ ਚਾਹੇ ਆਉਂਦੇ ਜਾਂਦੇ ਰਹਿਣਗੇ, ਪਰ ਜਿਹੜੇ ਅਮਰ ਗੁਰੂ ਹਨ ਇਹ ਸਦੀਆਂ ਤੋਂ ਜਿਹੜੇ ਵੀ ਸੰਸਾਰ ਦੇ ਨਾਟਕ ਹੈਗੇ ਇਹਨਾਂ ਨੂੰ ਦੇਖਦੇ ਹੋਇਆਂ ਇਸ ਜਿਹੜਾ ਵਿਸ਼ਵ ਰੰਗ ਮੰਚ ਵਾ ਇਸ ਵਿਸ਼ਵ ਰੰਗ ਮੰਚ ਦੇ ਉੱਪਰ ਇਹ ਅਮਰ ਰੂਹਾਂ ਹਮੇਸ਼ਾ ਜਿਹੜੀਆਂ ਉਹ ਮੌਜੂਦ ਰਹਿਣਗੀਆਂ। ਸੋ ਦਾਸ ਖਿਮਾ ਦਾ ਜਾਚਕ ਹੈ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।